Welcome students. I am here to discuss with you the various individual financial incentive plans, that is also called as a time-based system, and this is the fifth video that I am going to make, and this is the last individual financial incentive plans, as we have already discussed the various individual financial plans, that is incentive plans, Halsey plan, then the Rowan premium plan, as well as the Merchant plan. Now the last one is the BDOX plan. BDOX plan basically derived by the Charles E. BDOX in 1911. It provides the comparable standards for all the workers. ठीक है जी, ये ਜਿਹੜਾ ਪਲਾਨ ਸੀਗਾ ਇਹ ਚਾਰਲਸ ਈ ਬਿਡਿਓਕਸ ਨੇ ਪ੍ਰੋਵਾਈਡ ਕੀਤਾ ਸੀ ਆਪਾਂ ਨੂੰ। ਇਹ ਜਿਹੜਾ ਪਲਾਨ ਪ੍ਰੋਵਾਈਡ ਕੀਤਾ ਗਿਆ ਸੀ ਬੇਸਿਕਲੀ ਆਪਾਂ ਨੂੰ ਦੋ ਤਰ੍ਹਾਂ ਦੇ ਸਟੈਂਡਰਡਸ ਪ੍ਰੋਵਾਈਡ ਕਰਦਾ ਸੀ। ਠੀਕ ਹੈ, ਮਤਲਬ ਕੰਪੈਰੇਬਲ ਸਟੈਂਡਰਡਸ ਪ੍ਰੋਵਾਈਡ ਕਰਦਾ ਸੀ ਕਿ ਅਗਰ ਜਿਹੜੇ ਤੇ ਮਤਲਬ ਐਫੀਸ਼ੀਐਂਟ ਵਰਕਰਸ ਹੋਣਗੇ, ਅਗਰ ਉਹ ਸਟੈਂਡਰਡ ਆਊਟਪੁੱਟ ਦੇ ਅਕੋਰਡਿੰਗਲੀ ਵਰਕ ਕਰਦੇ ਨੇ, ਠੀਕ ਹੈ, ਆਪਾਂ ਨੂੰ ਐਫੀਸ਼ੀਐਂਸੀ ਪ੍ਰੋਵਾਈਡ ਕਰਦੇ ਨੇ ਤਾਂ ਉਹਨਾਂ ਨੂੰ ਕੀ ਕੀਤਾ ਜਾਏਗਾ, ਬੋਨਸ ਪ੍ਰੋਵਾਈਡ ਕੀਤਾ ਜਾਏਗਾ। ਠੀਕ ਹੈ, ਤਾਂ BDOX ਪਲਾਨ ਦੇ ਅਕੋਰਡਿੰਗਲੀ ਆਪਾਂ ਨੂੰ ਮਤਲਬ ਆਪਾਂ ਨੇ ਟਾਈਮ ਫਿਕਸ ਕਰ ਲੈਣਾ। ਠੀਕ ਹੈ, ਜਿਹੜਾ ਟਾਈਮ ਹੋਏਗਾ ਅਗਰ ਉਹ ਟਾਈਮ ਦੇ ਅਕੋਰਡਿੰਗਲੀ ਸਟੈਂਡਰਡ ਆਊਟਪੁੱਟ ਪ੍ਰੋਵਾਈਡ ਕਰਨਗੇ ਤਾਂ ਓਬਵੀਅਸ ਹੈ ਕਿ ਉਹਨਾਂ ਨੂੰ ਬੋਨਸ ਜਿਹੜਾ ਹੋਏਗਾ ਪ੍ਰੋਵਾਈਡ ਕੀਤਾ ਜਾਏਗਾ। ਇਹ ਜਿਹੜਾ ਪਲਾਨ ਸੀਗਾ ਇਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜਾ ਬੈਨੀਫੀਸ਼ੀਅਲ ਮਤਲਬ ਇਹ ਜਿਹੜਾ ਪਲਾਨ ਹੋਏਗਾ ਬੈਨੀਫਿਟਸ ਜਿਹੜੇ ਮਿਲਣਗੇ ਉਹ ਵਰਕਰਸ ਨੂੰ ਵੀ ਮਿਲਣਗੇ ਅਤੇ ਸੁਪਰਵਾਈਜ਼ਰਸ ਨੂੰ ਵੀ ਮਿਲਣਗੇ। ਪਹਿਲਾਂ ਕੀ ਹੁੰਦਾ ਸੀਗਾ, ਜਿੰਨੇ ਵੀ ਆਪਾਂ ਹੁਣ ਤੱਕ ਪਲਾਨਸ ਪੜ੍ਹੇ ਆ, ਜਿਵੇਂ ਰੋਵਨ ਪ੍ਰੀਮੀਅਮ ਪਲਾਨ ਹੋ ਗਿਆ, ਮਰਚੈਂਟ ਪਲਾਨ ਹੋ ਗਿਆ ਐਂਡ ਦਾ ਫਰਸਟ ਹਾਲਸੀ ਪਲਾਨ ਹੋ ਗਿਆ, ਇਹਦੇ ਵਿੱਚ ਆਪਾਂ ਨੂੰ ਇਹ ਨਹੀਂ ਡਿਫਾਈਨ ਕੀਤਾ ਗਿਆ ਕਿ ਜਿਹੜੇ ਸੁਪਰਵਾਈਜ਼ਰਸ ਹੋਣਗੇ, ਐਮਪਲੋਇਰ ਹੋਏਗਾ, ਉਹਨਾਂ ਨੂੰ ਵੀ ਕੀ ਮਿਲੇਗਾ, ਮਤਲਬ ਬੈਨੀਫਿਟਸ ਮਿਲਣਗੇ। ਬਟ ਇਹ BDOX ਪਲਾਨ ਇਸ ਤਰ੍ਹਾਂ ਦਾ ਪਲਾਨ ਹੈ ਜਿਹਦੇ ਵਿੱਚ ਇਹ ਡਿਫਾਈਨ ਕੀਤਾ ਗਿਆ ਕਿ ਅਗਰ ਕੋਈ ਇੰਪਲੋਈ ਵਰਕਰ, ਠੀਕ ਹੈ, ਸਟੈਂਡਰਡ ਆਊਟਪੁੱਟ ਦੇ ਅਕੋਰਡਿੰਗਲੀ ਵਰਕ ਕਰਦਾ, ਟਾਈਮ ਜੋ ਫਿਕਸ ਕੀਤਾ ਹੈਗਾ ਉਸ ਤੋਂ ਘੱਟ ਟਾਈਮ ਦੇ ਵਿੱਚ ਸਟੈਂਡਰਡ ਆਊਟਪੁੱਟ ਪ੍ਰੋਡਕਸ਼ਨ ਕਰ ਦਿੰਦਾ ਹੈ ਤਾਂ ਉਸਦਾ ਜਿਹੜਾ ਬੈਨੀਫਿਟ ਹੋਏਗਾ ਸੁਪਰਵਾਈਜ਼ਰ ਨੂੰ ਵੀ ਜਾਏਗਾ ਐਜ਼ ਵੈਲ ਐਜ਼ ਵਰਕਰ ਨੂੰ ਵੀ ਜਾਏਗਾ। ਠੀਕ ਹੈ, ਤਾਂ ਉਹਨਾਂ ਨੇ ਇੱਕ ਰੇਸ਼ੋ ਪ੍ਰੋਵਾਈਡ ਕਰਤੀ, ਦੈਟ ਇਜ਼ 3/4 ਐਂਡ 1/4। ਠੀਕ ਹੈ, ਜਿਸ ਦੇ ਅਕੋਰਡਿੰਗਲੀ ਕੀ ਹੋਏਗਾ ਕਿ ਜਿਹੜੇ ਰੇਸ਼ੋ ਦੇ ਅਕੋਰਡਿੰਗਲੀ ਜਿਹੜੇ ਬੈਨੀਫਿਟਸ ਹੋਣਗੇ ਬੋਥ ਵਰਕਰ ਐਜ਼ ਵੈਲ ਐਜ਼ ਸੁਪਰਵਾਈਜ਼ਰ ਸ਼ੇਅਰ ਕਰਨਗੇ। ਠੀਕ ਹੈ ਜੀ, ਤਾਂ ਜਿਹੜਾ ਸਟੈਂਡਰਡ ਟਾਈਮ ਫਿਕਸ ਕੀਤਾ ਜਾਂਦਾ ਕਿਸੇ ਵੀ ਜੌਬ ਨੂੰ ਪਰਫਾਰਮ ਕਰਨ ਦਾ ਉਹਨੂੰ ਆਪਾਂ BDOX ਪੁਆਇੰਟਸ ਕਹਿ ਦਾਂਗੇ ਜਾਂ Bs ਕਹਿ ਦਾਂਗੇ। ਠੀਕ ਹੈ, ਜਿਹੜੇ BDOX ਪੁਆਇੰਟਸ ਹੁੰਦੇ ਨੇ ਤਾਂ ਉਹਨੂੰ ਆਪਾਂ ਮਿਨਟਸ ਫਾਰਮ ਦੇ ਵਿੱਚ ਵੀ ਡਿਟਰਮਿਨ ਕਰ ਲੈਂਦੇ ਹਾਂ। ਠੀਕ ਹੈ, ਸੋ ਦਿਸ ਇਜ਼ ਦਾ BDOX ਪਲਾਨ। ਇਹਦੇ ਮੈਰਿਟਸ ਆਪਾਂ ਪੜ੍ਹ ਲੈਂਦੇ ਹਾਂ, ਜਿਵੇਂ ਆਪਾਂ ਡਿਸਕਸ ਕੀਤਾ ਸੀਗਾ ਪੁਰਾਣੇ ਪ੍ਰੀਮੀਅਮ ਪਲਾਨਸ ਦੇ ਵਿੱਚ ਵੀ ਕਿ ਹਮੇਸ਼ਾ ਜਿਹੜੇ ਪਲਾਨਸ ਹੁੰਦੇ ਨੇ ਇਹ ਮਿਨੀਮਮ ਵੇਜਿਸ ਨੂੰ ਇੰਸ਼ੋਰ ਕਰਦੇ ਨੇ ਕਿ ਜਿੰਨੇ ਵੀ ਵਰਕਰਸ ਹੋਣਗੇ ਉਹਨਾਂ ਨੂੰ ਮਿਨੀਮਮ ਵੇਜਿਸ ਐਟਲੀਸਟ ਮਿਲਦੀਆਂ ਰਹਿਣ। ਠੀਕ ਹੈ, ਇਹ ਜਿਹੜਾ ਪਲਾਨ ਹੈ ਇਹ ਆਪਾਂ ਨੂੰ ਇਹ ਵੀ ਦੱਸਦਾ ਕਿ ਬਹੁਤ ਈਜ਼ੀ ਹੈ, ਇਹਨੂੰ ਅੰਡਰਸਟੈਂਡ ਕਰਨਾ ਬਹੁਤ ਈਜ਼ੀ ਹੈ। ਕੋਈ ਵੀ ਪਰਸਨ ਇਸ ਦੇ ਅਕੋਰਡਿੰਗਲੀ ਮਤਲਬ ਇਸ ਨੂੰ ਅੰਡਰਸਟੈਂਡ ਕਰਕੇ ਬੋਨਸ ਜਿਹੜਾ ਹੋਏਗਾ ਪ੍ਰੋਵਾਈਡ ਕਰ ਸਕਦਾ ਹੈ ਐਂਡ ਕੋਈ ਜ਼ਿਆਦਾ ਹਾਰਡ ਐਂਡ ਫਾਸਟ ਰੂਲਸ ਨਹੀਂ ਹੈਗੇ ਇਸ ਨੂੰ ਫਾਈਂਡ ਆਊਟ ਕਰਨ ਦੇ। ਐਂਡ ਸੁਪਰਵਾਈਜ਼ਰ ਹਮੇਸ਼ਾ ਕੋਆਪਰੇਟ ਕਰੇਗਾ ਵਰਕਰਸ ਦੇ ਨਾਲ ਕਿਉਂਕਿ ਸੁਪਰਵਾਈਜ਼ਰ ਨੂੰ ਵੀ ਕੀ ਮਿਲ ਰਿਹਾ, ਬੈਨੀਫਿਟ ਮਿਲ ਰਿਹਾ। ਠੀਕ ਹੈ ਜੀ, ਸੋ ਦਿਸ ਇਜ਼ ਦਾ BDOX ਪਲਾਨ ਮੈਰਿਟਸ ਐਂਡ ਲਾਸਟ ਵਨ ਇਜ਼ ਦਾ ਡੀਮੈਰਿਟਸ। ਡੀਮੈਰਿਟਸ ਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਸਟੈਂਡਰਡ ਟਾਸਕ ਜਿਹੜਾ ਹੁੰਦਾ ਉਹਨੂੰ ਮਤਲਬ ਇੱਕ ਪ੍ਰੋਪਰ ਟਾਈਮ ਦੇ ਵਿੱਚ ਸਪੈਸੀਫਾਈ ਕਰਨਾ ਡਿਫਿਕਲਟ ਹੋ ਜਾਂਦਾ। ਕੋਈ ਵੀ ਅਗਰ ਅਸੀਂ ਟਾਸਕ ਦੀ ਗੱਲ ਕਰਦੇ ਹਾਂ ਜਾਂ ਕੋਈ ਆਊਟਪੁੱਟ ਦੀ ਗੱਲ ਵੀ ਕਰਦੇ ਹਾਂ, ਠੀਕ ਹੈ, ਕਿੰਨੀ ਆਊਟਪੁੱਟ ਜਿਹੜੀ ਹੋਏਗੀ ਅਸੀਂ ਇੱਕ ਪ੍ਰੋਪਰ ਸਪੈਸੀਫਿਕ ਟਾਈਮ ਦੇ ਵਿੱਚ ਮਤਲਬ ਫਿਕਸ ਕਰਾਂਗੇ। ਠੀਕ ਹੈ, ਦੈਟ ਇਜ਼ ਆਲਸੋ ਡਿਫਿਕਲਟ। ਠੀਕ ਹੈ, ਤਾਂ ਜਿਹਦੇ ਵਿੱਚ ਕੀ ਹੁੰਦਾ ਕਿ ਵਰਕਰਸ ਡਿਫਰੈਂਟ ਵੇ ਦੇ ਨਾਲ ਸੋਚਦੇ ਨੇ ਤੇ ਸੁਪਰਵਾਈਜ਼ਰ ਹਮੇਸ਼ਾ ਡਿਫਰੈਂਟ ਵੇ ਦੇ ਨਾਲ ਸੋਚੇਗਾ। ਠੀਕ ਹੈ, ਸੋ ਦਿਸ ਇਜ਼ ਦਾ ਡੀਮੈਰਿਟ ਆਫ ਦਾ BDOX ਪਲਾਨ। ਅਤੇ ਉਸ ਤੋਂ ਬਾਅਦ ਕੀ ਹੋਏਗਾ ਕਿ ਵਰਕਰਸ ਹਮੇਸ਼ਾ ਕੀ ਸੋਚਦੇ ਨੇ ਕਿ ਸਾਡੇ ਨਾਲ ਅਨਜਸਟਿਸ ਕੀਤਾ ਜਾ ਰਿਹਾ। ਕਿਉਂ ਅਨਜਸਟਿਸ ਕੀਤਾ ਜਾ ਰਿਹਾ? ਕਿਉਂਕਿ ਇਸ ਦੇ ਵਿੱਚ ਕੀ ਹੋਏਗਾ ਕਿ ਜਿਹੜੇ ਵਰਕਰਸ ਹੋਣਗੇ ਉਹ ਇਹ ਸੋਚਣਗੇ ਕਿ ਜਿਹੜੇ ਸੁਪਰਵਾਈਜ਼ਰਸ ਨੇ ਉਹਨਾਂ ਨੂੰ ਵੀ ਇਸ ਦੇ ਬੈਨੀਫਿਟਸ ਮਿਲ ਰਹੇ ਨੇ ਅਗਰ ਉਹ ਐਫੀਸ਼ੀਐਂਸੀ ਦਿਖਾ ਰਹੇ ਨੇ ਐਂਡ ਐਫੀਸ਼ੀਐਂਟ ਵੇ ਦੇ ਨਾਲ ਕੰਮ ਕਰ ਰਹੇ ਨੇ ਐਂਡ ਆਊਟਪੁੱਟ ਆਪਣੇ ਸਪੈਸੀਫਿਕ ਟਾਈਮ ਤੋਂ ਘੱਟ ਟਾਈਮ ਦੇ ਵਿੱਚ ਪ੍ਰੋਡਕਸ਼ਨ ਪ੍ਰੋਵਾਈਡ ਕਰ ਰਹੇ ਨੇ, ਦੈਨ ਵੀ ਅਨਜਸਟਿਸ ਹੋ ਰਿਹਾ ਕਿਉਂਕਿ ਵਰਕਰਸ ਨੂੰ ਲੱਗੇਗਾ ਕਿ ਬੋਥ ਮਤਲਬ ਸੁਪਰਵਾਈਜ਼ਰਸ ਵੀ ਸ਼ੇਅਰ ਕਰਨਗੇ ਜੋ ਸਾਡੇ ਬੈਨੀਫਿਟਸ ਹੋਣ। ਇਸ ਤੋਂ ਇਲਾਵਾ ਥਰਡ ਲਾਸਟ ਵਨ ਡੀਮੈਰਿਟ ਇਹ ਹੋਏਗਾ ਕਿ ਇਸ ਦੇ ਵਿੱਚ ਸਟ੍ਰਿਕਟ ਸੁਪਰਵਿਜ਼ਨ ਦੀ ਰਿਕੁਆਇਰਮੈਂਟ ਹੁੰਦੀ ਹੈ। ਠੀਕ ਹੈ, ਦੈਨ ਹੀ ਜਾ ਕੇ ਕਿਉਂਕਿ ਸੁਪਰਵਾਈਜ਼ਰ ਉਹਨੂੰ ਲੱਗੇਗਾ ਕਿ ਮੈਨੂੰ ਵੀ ਬੈਨੀਫਿਟਸ ਮਿਲਣੇ ਚਾਹੀਦੇ ਨੇ, ਵਰਕਰਸ ਨੂੰ ਲੱਗੇਗਾ ਕਿ ਮੈਂ ਆਪਣੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਐਫਰਟਸ ਲਗਾਵਾਂ ਤਾਂ ਕਿ ਮੈਨੂੰ ਬੈਨੀਫਿਟਸ ਮੈਕਸਿਮਮ ਮਿਲ ਸਕਣ। ਸੋ ਸੁਪਰਵਿਜ਼ਨ ਜ਼ਿਆਦਾ ਹੋਏਗੀ ਵਰਕਰਸ ਦੇ ਉੱਤੇ, ਤਾਂ ਉਹਦੇ ਅਕੋਰਡਿੰਗਲੀ ਮਤਲਬ ਆਪਣੇ ਜੋ ਉਹਨਾਂ ਨੇ ਐਫੀਸ਼ੀਐਂਟ ਵੇ ਦੇ ਨਾਲ ਜ਼ਿਆਦਾ ਕੰਮ ਕਰਨਾ ਉਹ ਇੰਨਾ ਜ਼ਿਆਦਾ ਐਫੀਸ਼ੀਐਂਸੀ ਨਹੀਂ ਦਿਖਾ ਸਕਣਗੇ। ਸੋ ਦਿਸ ਇਜ਼ ਦਾ BDOX ਪਲਾਨ। Next topic is the
प्रोडक्शन बेस सिस्टम, ठीक है। प्रोडक्शन बेस सिस्टम के अकॉर्डिंगली भी डिफरेंट प्लान्स जोड़े ने अपन दसे गए हैं, जिहदे विच फर्स्ट आ जाता है टेलर्स डिफरेंशियल पीस वेज प्लान। दिस इज़ द इंपॉर्टेंट पीस वेज प्लान। इसदे विच की सीगा, Taylor strongly advocated that positive incentives should be adopted to fix the wage rate in such a manner that average worker is induced to better performance and achieve the standard output। ठीक है जी। ਤਾਂ ਜਿਹੜੇ ਟੇਲਰ ਸੀਗੇ ਉਹਨਾਂ ਨੇ ਇਹ ਵੀ ਮਤਲਬ ਸਟਰੋਂਗਲੀ ਆਪਾਂ ਨੂੰ ਕਿਹਾ ਕਿ ਜੋ ਵੀ ਵੇਜ ਰੇਟ ਤੁਸੀਂ ਫਿਕਸ ਕਰੋਗੇ ਇਸ ਤਰੀਕੇ ਨਾਲ ਵੇਜ ਰੇਟ ਫਿਕਸ ਕਰੋ ਤਾਂ ਕਿ ਜਿਹੜਾ ਐਵਰੇਜ ਵਰਕਰ ਹੈ, ਜਿਹੜਾ ਇੱਕ ਸਟੈਂਡਰਡ ਆਊਟਪੁੱਟ ਦੇ ਅਕੋਰਡਿੰਗਲੀ ਸਪੈਸੀਫਿਕ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਵਰਕ ਨਹੀਂ ਕਰ ਪਾ ਰਿਹਾ, ਠੀਕ ਹੈ ਜੀ, ਉਸ ਨੂੰ ਵੀ ਕਹਿੰਦੇ ਮਤਲਬ ਐਟਲੀਸਟ ਮਿਨੀਮਮ ਜਿਹੜੇ ਵੇਜਸ ਨੇ ਐਂਡ ਜਿਹੜੀ ਐਫੀਸ਼ੀਐਂਸੀ ਹੈ ਉਸਦੀ ਉਹ ਵੀ ਆਪਣੀ ਇੰਕਰੀਜ਼ ਕਰ ਸਕੇ ਅਤੇ ਮਿਨੀਮਮ ਵੇਜਸ ਜਿਹੜੀਆਂ ਨੇ ਉਹਨਾਂ ਨੂੰ ਮਿਲ ਸਕਣ, ਠੀਕ ਹੈ ਜੀ। ਜਿਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਆਪਾਂ ਨੂੰ, For this purpose he suggested the differential piece rate system। ਤਾਂ ਟੇਲਰ ਨੇ ਆਪਾਂ ਨੂੰ ਇੱਕ ਰੇਟ ਪ੍ਰੋਵਾਈਡ ਕੀਤਾ ਜਿਸ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਿ ਦੋ ਤਰ੍ਹਾਂ ਦੇ ਰੇਟ ਹੋਣਗੇ, ਠੀਕ ਹੈ ਜੀ। ਇੱਕ ਤਾਂ ਹੋਣਗੇ ਕਿ ਜਿਹੜੇ ਮਤਲਬ ਐਫੀਸ਼ੀਐਂਟ ਵਰਕਰਸ ਨੇ ਉਹਨਾਂ ਨੂੰ ਡਿਫਰੈਂਟ ਵੇ ਦੇ ਨਾਲ ਬੋਨਸ ਪ੍ਰੋਵਾਈਡ ਕੀਤਾ ਜਾਏਗਾ, ਠੀਕ ਹੈ, ਉਹਨਾਂ ਨੂੰ ਮੋਰ ਬੋਨਸ ਦਿੱਤਾ ਜਾਏਗਾ। ਇੱਕ ਹੁੰਦੇ ਨੇ ਜੀ ਲੈਸ ਐਫੀਸ਼ੀਐਂਟ ਵਰਕਰਸ, ਉਹਨਾਂ ਨੂੰ ਜਿਹੜਾ ਬੋਨਸ ਰੇਟ ਦਿੱਤਾ ਜਾਏਗਾ ਉਹ ਡਿਫਰੈਂਟ ਤਰੀਕੇ ਨਾਲ ਦਿੱਤਾ ਜਾਏਗਾ, ਜਾਂ ਰੇਟ ਆਫ ਬੋਨਸ ਜਿਹੜਾ ਹੋਏਗਾ और ਲੈਸਰ ਹੋਏਗਾ ਦੈਨ ਕੰਪੈਰੀਜ਼ਨ ਟੂ ਦਾ ਮੋਰ ਐਫੀਸ਼ੀਐਂਟ ਵਰਕਰਸ, ਠੀਕ ਹੈ ਜੀ। ਤਾਂ ਜਿਹਨੂੰ ਆਪਾਂ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ ਵੀ ਕਿਹਾ ਜਾਂਦਾ, ਠੀਕ ਹੈ ਜੀ। ਜਿਹਦੇ ਵਿੱਚ ਉਹਨਾਂ ਨੇ ਦੱਸਤਾ ਅੰਡਰ ਦਿਸ ਸਿਸਟਮ ਦਾ ਸਟੈਂਡਰਡ ਆਰਲੀ ਔਰ ਡੇਲੀ ਆਊਟਪੁੱਟ ਆਫ ਅ ਵਰਕਰ ਇਜ਼ ਫਿਕਸਡ। ਜਾਂ ਤਾਂ ਆਪਾਂ ਕਹਾਂਗੇ ਕਿ ਆਰਲੀ ਬੇਸਿਸ 'ਤੇ ਉਹਨਾਂ ਦੇ ਸਟੈਂਡਰਡ ਜਿਹੜੇ ਮਤਲਬ ਆਊਟਪੁੱਟ ਪ੍ਰੋਡਕਸ਼ਨ ਹੋਏਗੀ ਉਹਨੂੰ ਫਿਕਸ ਕੀਤਾ ਜਾਏਗਾ ਕਿਸੇ ਵਰਕਰ ਨੂੰ, ਜਾਂ ਆਪਾਂ ਇਹ ਕਹਾਂਗੇ ਕਿ ਸਪੈਸੀਫਿਕ ਟਾਈਮ ਪੀਰੀਅਡ ਫਿਕਸ ਕਰ ਦਿਓ, ਠੀਕ ਹੈ। ਜਾਂ ਤਾਂ ਆਊਟਪੁੱਟ ਫਿਕਸ ਕਰ ਦਿਓ ਜਾਂ ਅਸੀਂ ਕੀ ਫਿਕਸ ਕਰ ਦਾਂਗੇ, ਇੱਕ ਟਾਈਮ ਫਿਕਸ ਕਰ ਦਾਂਗੇ ਜਿਸ ਦੇ ਅਕੋਰਡਿੰਗਲੀ ਉਹ ਪ੍ਰੋਡਕਸ਼ਨ ਕਰਨਗੇ, ਜਿਹਨੂੰ ਆਪਾਂ ਕੀ ਕਹਾਂਗੇ ਟੂ ਪੀਸ ਰੇਟ ਸਿਸਟਮ ਕਹਿ ਦਾਂਗੇ, ਠੀਕ ਹੈ ਜੀ। ਅਗਰ ਤਾਂ ਵਰਕਰ ਸਟੈਂਡਰਡ ਆਊਟਪੁੱਟ ਦੇ ਅਕੋਰਡਿੰਗਲੀ ਮਤਲਬ ਵਰਕ ਪਰਫਾਰਮ ਕਰ ਰਿਹਾ, ਠੀਕ ਹੈ, ਜਾਂ ਆਪਾਂ ਕਹਾਂਗੇ ਕਿ ਜਿਹੜੇ ਸਟੈਂਡਰਡ ਅਸੀਂ ਆਊਟਪੁੱਟ ਮੈਂਸ਼ਨ ਕੀਤੀ ਹੋਈ ਹੈ ਉਸ ਤੋਂ ਜ਼ਿਆਦਾ ਮਤਲਬ ਆਪਾਂ ਨੂੰ ਪ੍ਰੋਡਕਸ਼ਨ ਪ੍ਰੋਵਾਈਡ ਕਰ ਰਿਹਾ, ਠੀਕ ਹੈ ਜੀ, ਤਾਂ ਉਸਨੂੰ ਆਪਾਂ ਕੀ ਕਹਾਂਗੇ, ਉਹਨੂੰ ਜਿਹੜਾ ਮਤਲਬ ਰੇਟ ਆਫ ਬੋਨਸ ਮਿਲੇਗਾ ਉਹਨੂੰ ਜ਼ਿਆਦਾ ਮਿਲੇਗਾ ਐਜ਼ ਕੰਪੈਰੀਜ਼ਨ ਟੂ ਦਾ ਦੈਟ ਪਰਸਨ ਹੂ ਹੈਜ਼ ਨਾਟ ਪਰਫਾਰਮਿੰਗ ਦਾ ਆਊਟਪੁੱਟ ਅਕੋਰਡਿੰਗ ਟੂ ਦਾ ਸਟੈਂਡਰਡ, ਠੀਕ ਹੈ, ਆਊਟਪੁੱਟ ਦੈਟ ਇਜ਼ ਫਿਕਸਡ ਬਾਈ ਦਾ companies or corporations, ठीक है जी। so this system was proved very useful in increasing the efficiency of the worker, ठीक है जी। so ਆਪਾਂ ਇਹਨੂੰ ਐਗਜ਼ਾਮਪਲ ਦੇ ਨਾਲ ਵੀ ਡਿਫਾਈਨ ਕਰ ਲੈਂਦੇ ਹਾਂ। ਸਪੋਜ਼ ਕੋਈ ਸਟੈਂਡਰਡ ਟਾਸਕ ਹੈ, ਠੀਕ ਹੈ, ਸਟੈਂਡਰਡ ਟਾਸਕ ਨੂੰ ਫਿਕਸ ਕਰਨ ਦਾ ਜਿਹੜਾ ਕੰਮ ਹੈ, ਸਟੈਂਡਰਡ ਟਾਸਕ ਹੈ, ਠੀਕ ਹੈ, ਜਿਸ ਨੂੰ ਸਟੈਂਡਰਡ ਟਾਸਕ ਇਜ਼ ਟੂ ਪ੍ਰੋਡਿਊਸ 20 units in 10 hours, ठीक है जी। एंड रेट फिक्स करता उन्होंने ₹2 पर यूनिट, ठीक है जी। कोई भी स्टैंडर्ड टास्क फिक्स करता जिहदे विच उन्होंने मैंशन करते कि अगर 10 आवर्स दे विच एक वर्कर 20 यूनिट प्रोड्यूस कर रहा है, ठीक है, 1 यूनिट के पैसे किन्ने फिक्स करते उन्हें ₹2 फिक्स करते, ठीक है। अगर तो वर्कर इस दे अकॉर्डिंगली रीच कर जाता है स्टैंडर्ड मतलब प्रोडक्शन करन दे विच, ठीक है जी, तो ऑब्वियस है कि उसनों जिहड़ी प्रोडक्शन मतलब अर्निंग्स जिहड़ियां होणगियां वो बैटर होणगियां एज कंपैरिजन टू दैट वर्कर हू इज़ नॉट अचीविंग दैट पर्टिकुलर स्टैंडर्ड, ठीक है। हुण देखो अगर आपां एक होर मतलब उन्होंने स्टैंडर्ड फिक्स करता रुपीज़, रेट फिक्स करता ₹3 पर यूनिट। इसका मतलब की होया कि अगर सपोज अर्निंग आप देख लें, अर्निंग किसकी होएगी, ए वर्कर दी एंड अर्निंग ऑफ बी वर्कर, ठीक है जी। एक वर्कर है, ठीक है, जो मतलब स्टैंडर्ड टास्क जिसने अपनी कंपनी ने फिक्स किया है उसके अकॉर्डिंगली अगर प्रोडक्शन कर रहा है, सपोज जड़ा एक ए वर्कर है, ठीक है, वो 21 यूनिट्स प्रोड्यूस कर रहे हैं, ठीक है जी, एंड 21 यूनिट्स प्रोड्यूस कर रहा है। अगर तो वो 20 यूनिट्स तो मतलब वध प्रोड्यूस कर रहे हैं तो ऑब्वियस है कि रेट की लगेगा उन्होंने ₹3, तो किन्नी रुपीज़ की अर्निंग होएगी उसकी 63, ठीक है जी। हुण अर्निंग ऑफ बी, उसने किन्नी प्रोडक्शन की है, जिन्ना असी ने फिक्स किया स्टैंडर्ड उस तो घट कर ली, सपोज उन्हें 19 की, तो 19 के अकॉर्डिंग रेट कितना लग्या जी ₹2 पर यूनिट, तो वही अर्निंग किन्नी हुई साडी ₹38। अंडरस्टूड। मतलब की होया कि असी ने एक स्टैंडर्ड रेट फिक्स करता, ठीक है,
ਰੇਟ ਫਿਕਸ ਕਰਤਾ ਐਜ਼ ਵੈਲ ਐਜ਼ ਅਸੀਂ ਨੇ ਕੀ ਫਿਕਸ ਕਰਤਾ ਯੂਨਿਟਸ ਪ੍ਰੋਡਿਊਸ ਮਤਲਬ ਫਿਕਸ ਕਰਤੀਆਂ ਤੇ ਆਰਸ ਫਿਕਸ ਕਰਤੀਆਂ, ਠੀਕ ਹੈ ਜੀ। ਤਾਂ ਅਗਰ ਤਾਂ ਪ੍ਰੋਡਕਸ਼ਨ ਇਸ ਯੂਨਿਟਸ ਤੋਂ ਵੱਧ ਹੋਏਗੀ ਤਾਂ ਅਸੀਂ ਰੇਟ ਕਿਹੜਾ ਲਗਾਵਾਂਗੇ, ਸੈਕਿੰਡ ਰੇਟ ਜਿਹੜਾ ਹਾਇਰ ਰੇਟ ਹੋਏਗਾ। ਅਗਰ ਪ੍ਰੋਡਕਸ਼ਨ ਜਿਹੜੀ ਹੋਏਗੀ ਘੱਟ ਹੋਏਗੀ ਇਸ ਯੂਨਿਟਸ ਤੋਂ ਤਾਂ ਓਬਵੀਅਸ ਹੈ ਕਿ ਅਸੀਂ ਰੇਟ ਜਿਹੜਾ ਲਗਾਵਾਂਗੇ ਘੱਟ ਲਗਾਵਾਂਗੇ। ਸੋ ਅਰਨਿੰਗ ਜਿਹੜੀਆਂ ਹੋਣਗੀਆਂ ਕੰਪੈਰੇਟਿਵਲੀ ਦੋ ਵਰਕਰਸ ਦੀਆਂ ਕੀ ਹੋਣਗੀਆਂ, ਡਿਫਰੈਂਟ ਹੋਣਗੀਆਂ, ਠੀਕ ਹੈ ਜੀ। ਸੋ ਇਹ ਜਿਹੜਾ ਮੈਥਡ ਹੋਏਗਾ ਇਹਨੂੰ ਆਪਾਂ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ ਵੀ ਕਹਾਂਗੇ ਤੇ ਇਹ ਹਮੇਸ਼ਾ ਐਫੀਸ਼ੀਐਂਸੀ ਆਫ ਵਰਕਰ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਦੇ ਵਿੱਚ ਆਪਾਂ ਕਰੈਕਟਰਿਸਟਿਕਸ ਪੜ੍ਹ ਲੈਂਦੇ ਹਾਂ। ਜਿਵੇਂ ਦੱਸਿਆ ਗਿਆ ਕਿ ਜਿਹੜਾ ਮਤਲਬ ਦੋ ਰੇਟਸ ਆਪਾਂ ਨੂੰ ਪ੍ਰੋਵਾਈਡ ਕਰ ਦਿੰਦਾ ਹੈ। ਹਾਇਰ ਰੇਟ ਹਮੇਸ਼ਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਜ਼ਿਆਦਾ ਪ੍ਰੋਡਕਸ਼ਨ ਕਰਦੇ ਨੇ ਸਟੈਂਡਰਡ ਕੁਆਂਟੀਟੀ ਦੇ ਨਾਲੋਂ, ਠੀਕ ਹੈ। ਲੋਅਰ ਰੇਟ ਉਹਨਾਂ ਨੂੰ ਦਿੱਤਾ ਜਾਏਗਾ ਜਿਹੜੀ ਮਤਲਬ ਲੈਸਰ ਦੈਨ ਸਟੈਂਡਰਡ ਕੁਆਂਟੀਟੀ ਦੇ ਨਾਲੋਂ ਕੀ ਕਰਦੇ ਨੇ ਜੀ, ਫਿਕਸ ਮਤਲਬ ਪ੍ਰੋਡਕਸ਼ਨ ਕਰਦੇ ਨੇ। ਮਿਨੀਮਮ ਵੇਜਿਸ ਜਿਹੜੀਆਂ ਹੁੰਦੀਆਂ ਨੇ ਕਦੇ ਵੀ ਗਰੰਟੀ ਨਹੀਂ ਦਿੱਤੀ ਜਾਏਗੀ ਇਸ ਦੇ ਵਿੱਚ, ਠੀਕ ਹੈ ਜੀ। ਐਂਡ ਸਟੈਂਡਰਡ ਟਾਈਮ ਜਿਹੜਾ ਹੋਏਗਾ ਫਿਕਸ ਕੀਤਾ ਜਾਏਗਾ ਕਿਸੇ ਵੀ ਸਟੈਂਡਰਡ ਵਰਕ ਨੂੰ ਪਰਫਾਰਮ ਕਰਨ ਦਾ, ਠੀਕ ਹੈ ਜੀ। So this is the example. Through this we can understand the Taylor's differential piece rate system. ਨੈਕਸਟ ਆ ਜਾਂਦਾ ਜੀ ਮੈਰਿਟਸ ਕੀ ਹੋਣਗੇ। ਇਹ ਮੈਰਿਟਸ ਦੇ ਵਿੱਚ ਆ ਜਾਏਗਾ ਕਿ ਇਹ ਜਿਹੜਾ ਮੈਥਡ ਹੈ ਬਹੁਤ ਈਜ਼ੀ ਹੁੰਦਾ ਹੈ ਕੈਲਕੂਲੇਸ਼ਨ ਕਰਨੀ ਇਹਦੇ ਵਿੱਚ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਕਿ ਇਨਸੈਂਟਿਵਸ ਦਿੰਦਾ ਹੈ, ਕਿਹਨਾਂ ਨੂੰ ਇਨਸੈਂਟਿਵਸ ਦੇਗਾ, ਐਫੀਸ਼ੀਐਂਟ ਵਰਕਰਸ ਨੂੰ ਜ਼ਿਆਦਾ ਇਨਸੈਂਟਿਵਸ ਦਿੱਤੇ ਜਾਣਗੇ। ਐਂਡ ਥਰਡ ਮੈਰਿਟ ਕੀ ਕਹਿੰਦਾ ਹੈ ਕਿ ਦਿਸ ਮੈਥਡ ਰਿਡਿਊਸਿਸ ਦਾ ਓਵਰਹੈਡ ਐਕਸਪੈਂਸਿਸ ਪਰ ਯੂਨਿਟ ਬਾਈ ਰੇਜ਼ਿੰਗ ਦਾ ਆਊਟਪੁੱਟ ਸੋ ਪ੍ਰੈਫਰਡ ਬਾਈ ਦਾ ਇੰਪਲੋਇਜ਼। ਇਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਆਪਣੇ ਖਰਚੇ ਹੁੰਦੇ ਨੇ ਆਟੋਮੈਟਿਕਲੀ ਰਿਡਿਊਸ ਕਰ ਜਾਂਦੇ ਨੇ, ਕਿਉਂਕਿ ਮੋਸਟਲੀ ਜਿਹੜੇ ਆਪਣੇ ਵਰਕਰਸ ਹੋਣਗੇ ਉਹ ਸੋਚਣਗੇ ਕਿ ਅਸੀਂ ਨੇ ਜਿਹੜੀ ਪ੍ਰੋਡਕਸ਼ਨ ਕਰਨੀ ਹੈ ਜੋ ਸਾਨੂੰ ਸਟੈਂਡਰਡ ਟਾਈਮ ਦਿੱਤਾ ਹੋਇਆ ਉਸ ਦੇ ਅਕੋਰਡਿੰਗਲੀ ਮਤਲਬ ਅਸੀਂ ਮੈਕਸਿਮਮ ਪ੍ਰੋਡਕਸ਼ਨ ਕਰਨੀ ਹੈ, ਜਿਹਦੇ ਨਾਲ ਕੀ ਹੋਏਗਾ ਕਿ ਕਾਸਟ ਜਿਹੜੀ ਹੋਏਗੀ ਆਟੋਮੈਟਿਕਲੀ ਰਿਡਿਊਸ ਹੋਣੀ ਸਟਾਰਟ ਹੋ ਜਾਏਗੀ, ਕਿਉਂਕਿ ਅਸੀਂ ਮਿਨੀਮਮ ਟਾਈਮ ਦੇ ਵਿੱਚ ਮੈਕਸਿਮਮ ਪ੍ਰੋਡਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਨਾਲ ਸਾਡੇ ਖਰਚੇ ਆਟੋਮੈਟਿਕਲੀ ਰਿਡਿਊਸ ਕਰ ਜਾਣਗੇ, ਠੀਕ ਹੈ ਜੀ। ਸੋ ਇਹ ਜਿਹੜਾ ਮੈਥਡ ਹੁੰਦਾ ਹਮੇਸ਼ਾ ਪ੍ਰੈਫਰੇਬਲ ਹੁੰਦਾ ਬਾਏ ਦਾ ਇੰਪਲੋਇਜ਼। ਡੀਮੈਰਿਟਸ ਦੇ ਵਿੱਚ ਕੀ ਆ ਜਾਏਗਾ, ਇਹ ਜਿਹੜੇ ਮੈਥਡ ਹੁੰਦੇ ਨਾਟ ਯੂਜ਼ਫੁਲ ਫॉर ਦ ਸਲੋ ਵਰਕਰਸ। ਜਿਹੜੇ ਆਪਣੇ ਸਲੋ ਵਰਕਰਸ ਮਤਲਬ ਐਵਰੇਜ ਵਰਕਰਸ ਹੁੰਦੇ ਨੇ, ਲੈਸ ਐਫੀਸ਼ੀਐਂਟ ਵਰਕਰਸ ਹੁੰਦੇ ਨੇ, ਉਹਨਾਂ ਵਾਸਤੇ ਯੂਜ਼ਫੁਲ ਮੈਥਡ ਨਹੀਂ ਹੁੰਦਾ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਕਿ ਲੇਬਰ ਕਾਸਟ ਫਾਈਂਡ ਕਰਨੀ ਬਹੁਤ ਡਿਫਿਕਲਟ ਹੋ ਜਾਂਦੀ ਹੈ ਕਿ ਇੱਕ ਲੇਬਰ ਦੇ ਉੱਤੇ ਕਿੰਨਾ ਖਰਚਾ ਆ ਰਿਹਾ ਹੈ, ਕਿਉਂਕਿ ਐਫੀਸ਼ੀਐਂਟ ਵਰਕਰਸ ਜਿਹੜੇ ਹੋਣਗੇ ਜਾਂ ਮੋਰ ਐਫੀਸ਼ੀਐਂਟ ਵਰਕਰਸ ਹੋਣਗੇ ਐਜ਼ ਵੈਲ ਐਜ਼ ਐਵਰੇਜ ਵਰਕਰਸ ਵੀ ਹੋਣਗੇ, ਉਸ ਤੋਂ ਇਲਾਵਾ ਲੈਸਰ ਐਵਰੇਜ ਵਰਕਰਸ ਵੀ ਹੋਣਗੇ, ਠੀਕ ਹੈ ਜੀ। ਸੋ ਇੰਨੇ ਕੈਟੇਗਰੀਜ਼ ਬਣ ਜਾਂਦੀਆਂ ਜਿਹਦੇ ਨਾਲ ਸਾਨੂੰ ਲੇਬਰ ਕਾਸਟ ਹੀ ਨਹੀਂ ਫਾਈਂਡ ਆਊਟ ਹੁੰਦੀ, ਜਿਹਦੇ ਨਾਲ ਡਿਫਿਕਲਟੀ ਆ ਜਾਂਦੀ ਹੈ। ਕਲੈਰੀਕਲ ਵਰਕ ਜਿਹੜਾ ਹੋਏਗਾ ਥੋੜਾ ਇੰਕਰੀਜ਼ ਕਰ ਜਾਏਗਾ। ਵਰਕਰਸ ਹਮੇਸ਼ਾ ਇਨਸਿਕਿਉਰ ਫੀਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਗਰੰਟੀ ਨਹੀਂ ਕੀਤੀ ਜਾਂਦੀ ਕਿ ਤੁਸੀਂ ਨੇ ਮਿਨੀਮਮ ਵੇਜਸ ਤੁਹਾਨੂੰ ਮਿਲਣਗੀਆਂ, ਠੀਕ ਹੈ ਜੀ। ਇਹ ਲਾਸਟ ਵਾਲਾ ਪੁਆਇੰਟ ਵੀ ਸੇਮ ਹੀ ਚੀਜ਼ ਕਹਿ ਰਿਹਾ, ਵਰਕਰਸ ਆਰ ਨਾਟ ਗਰੰਟਡ ਮਿਨੀਮਮ ਵੇਜਸ, ਈਵਨ ਫੀਲ ਜੈਲਸ ਆਫ ਦੋਜ਼ ਹੂ ਗੈਟ ਦਾ ਹਾਇਰ ਵੇਜਸ, ਠੀਕ ਹੈ ਜੀ। ਹਮੇਸ਼ਾ ਜਿਹੜੇ ਵਰਕਰਸ ਹੋਣਗੇ ਉਹ ਜੈਲਸੀ ਵੀ ਫੀਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਜ਼ਿਆਦਾ ਐਫੀਸ਼ੀਐਂਟ ਵਰਕਰਸ ਨੇ ਉਹ ਸਾਡੇ ਤੋਂ ਜ਼ਿਆਦਾ ਅਰਨਿੰਗਸ ਲੈ ਰਹੇ ਨੇ, ਠੀਕ ਹੈ ਜੀ। ਨੈਕਸਟ ਆ ਜਾਂਦਾ ਜੀ ਗੈਂਟਸ ਟਾਸਕ ਐਂਡ ਬੋਨਸ ਪਲਾਨ। ਗੈਂਟਸ ਟਾਸਕ ਐਂਡ ਬੋਨਸ ਪਲਾਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਐਫੀਸ਼ੀਐਂਟ ਵਰਕਰਸ ਹੁੰਦੇ ਨੇ ਉਹਨਾਂ ਨੂੰ ਬੋਨਸ ਜਿਹੜਾ ਹੋਏਗਾ ਮਤਲਬ 20 to 50% ਦੀ ਰੇਂਜ ਦੇ ਵਿੱਚ ਮਤਲਬ ਪ੍ਰੋਵਾਈਡ ਕੀਤਾ ਜਾਏਗਾ, ਠੀਕ ਹੈ। ਕਿੱਦਾਂ ਕੀਤਾ ਜਾਏਗਾ, ਜਿੰਨਾ ਵੀ ਉਹ ਟਾਈਮ ਟੇਕ ਕਰਦੇ ਨੇ ਕਿਸੇ ਵੀ ਕੰਮ ਨੂੰ ਪਰਫਾਰਮ ਕਰਨ ਦੇ ਲਈ, ਠੀਕ ਹੈ ਜੀ। ਇਸ ਦੇ ਵਿੱਚ ਆਪਾਂ ਡਿਸਕਸ ਕਰ ਲੈਂਦੇ ਹਾਂ ਗੈਂਟਸ ਟਾਸਕ ਦੇ ਵਿੱਚ। To some extent it also removes the limitations of the Taylor's differential piece rate system। ਇਹ ਜਿਹੜਾ ਗੈਂਟਸ ਟਾਸਕ ਸੀਗਾ ਬੋਨਸ ਪਲਾਨ ਹੈ ਇਹ ਬੇਸਿਕਲੀ ਕਿਉਂ ਬਣਾਇਆ ਗਿਆ ਸੀਗਾ, ਕਿਉਂਕਿ ਇਹ ਟੇਲਰ ਦੇ ਜਿਹੜੇ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ ਸੀ ਉਹਦੀਆਂ ਲਿਮਿਟੇਸ਼ਨਸ ਨੂੰ ਰਿਮੂਵ ਕਰਨ ਦੇ ਲਈ। ਕਿਉਂਕਿ ਇਸ ਪਲਾਨ ਦੇ ਅਕੋਰਡਿੰਗਲੀ ਕੀ ਸੀਗਾ ਕਿ ਟੇਲਰ ਜਿਹੜਾ ਪਲਾਨ ਸੀਗਾ ਉਹਦੇ ਵਿੱਚ ਇਹ ਸੀ ਨਾ ਕਿ ਆਪਾਂ ਨੂੰ ਮਿਨੀਮਮ ਵੇਜਸ ਦੀ ਗਰੰਟੀ ਨਹੀਂ ਪ੍ਰੋਵਾਈਡ ਕੀਤੀ ਜਾਂਦੀ। ਸੋ ਗੈਂਟ ਟਾਸਕ ਜਿਹੜਾ ਸੀਗਾ ਉਹ ਮਿਨੀਮਮ ਵੇਜਸ ਨੂੰ ਪ੍ਰੋਵਾਈਡ ਕਰਨ ਦੇ ਲਈ ਐਟਲੀਸਟ ਮਤਲਬ ਬਣਾਇਆ ਗਿਆ। ਐਫੀਸ਼ੀਐਂਟ ਵਰਕਰਸ ਨੂੰ ਕਹਿੰਦੇ ਬੋਨਸ ਜਿਹੜਾ ਦਿੱਤਾ ਜਾਏਗਾ 20 to 50% ਦੀ ਰੇਂਜ ਦੇ ਦਿੱਤਾ ਜਾਏਗਾ, ਜਿੰਨਾ ਵੀ ਉਹ ਟਾਈਮ ਟੇਕ ਕਰਦੇ ਨੇ ਕਿਸੇ ਕੰਮ ਨੂੰ ਪਰਫਾਰਮ ਕਰਨ ਦੇ ਲਈ। ਸੋ ਇਫ ਵਰਕਰ ਕੰਪਲੀਟਸ ਹਿਜ਼ ਜੌਬ ਵਿਦ ਇਨ ਦਾ ਸਟੈਂਡਰਡ ਟਾਈਮ, ਠੀਕ ਹੈ। ਅਗਰ ਤਾਂ ਕੋਈ ਜੌਬ ਮਤਲਬ ਪਰਫਾਰਮ ਕਰ ਰਿਹਾ ਸਟੈਂਡਰਡ ਟਾਈਮ ਦੇ ਅਕੋਰਡਿੰਗਲੀ, ਠੀਕ ਹੈ ਜੀ। ਜੇ ਸਪੋਜ਼ ਆਪਾਂ ਨੇ ਟਾਈਮ ਫਿਕਸ ਕੀਤਾ ਹੈ ਕਿਸੇ ਕੰਮ ਨੂੰ ਫਿਕਸ ਕਰਨ ਦੇ ਲਈ 10 ਆਵਰਸ, ਠੀਕ ਹੈ ਜੀ। ਐਂਡ ਅਗਰ ਕੋਈ ਵਰਕਰ 10 ਆਵਰਸ ਦੇ ਵਿੱਚ ਕੰਮ ਕਰ ਰਿਹਾ ਤਾਂ ਉਸਨੂੰ ਬੋਨਸ ਕਿੰਨਾ ਦਿੱਤਾ ਜਾਏਗਾ 20%, ਠੀਕ ਹੈ ਜੀ। ਅਗਰ ਕੋਈ ਵਰਕਰ 10 ਆਵਰਸ ਤੋਂ ਘੱਟ ਲੈ ਰਿਹਾ, ਸਪੋਜ਼ 8 ਆਵਰਸ ਲੈ ਰਿਹਾ, ਠੀਕ ਹੈ ਜੀ, ਤਾਂ ਉਸਨੂੰ ਬੋਨਸ ਜਿਹੜਾ ਹੋਏਗਾ 30% ਦਿੱਤਾ ਜਾਏਗਾ। ਅਗਰ ਸਪੋਜ਼ ਕੋਈ 6 ਆਵਰਸ ਲੈ ਰਿਹਾ 6 ਆਵਰਸ ਦੇ ਵਿੱਚ ਕੰਮ ਕਰ ਰਿਹਾ ਤਾਂ ਉਸਨੂੰ ਬੋਨਸ ਦਿੱਤਾ ਜਾਏਗਾ 40%। ਇਸ ਤਰ੍ਹਾਂ ਜਿਹੜਾ ਬੋਨਸ ਹੋਏਗਾ ਅਕੋਰਡਿੰਗਲੀ ਦੈਟ ਜਿਹੜਾ ਬੋਨਸ ਦੀ ਰੇਟ ਜਿਹੜਾ ਹੋਏਗਾ ਪਰਸੈਂਟੇਜ ਜਿਹੜੀ ਹੋਏਗੀ ਆਟੋਮੈਟਿਕਲੀ ਇੰਕਰੀਜ਼ ਕਰ ਜਾਏਗੀ, ਠੀਕ ਹੈ ਜੀ। ਸੋ ਥੀਸ ਆਰ ਦਾ ਮੈਰਿਟਸ। ਇਹ ਈਜ਼ੀ ਹੁੰਦਾ ਅੰਡਰਸਟੈਂਡ ਕਰਨਾ, ਬਹੁਤ ਮਤਲਬ ਹਾਰਡ ਐਂਡ ਫਾਸਟ ਰੂਲਸ ਨਹੀਂ ਹੁੰਦੇ ਜਿਵੇਂ ਟੇਲਰ ਦੇ ਪਲਾਨ ਦੇ ਹੁੰਦੇ ਨੇ। ਡਿਫਰੈਂਟ ਰੇਟਸ ਪ੍ਰੋਵਾਈਡ ਕੀਤੇ ਜਾਂਦੇ ਨੇ। ਇਸ ਦੇ ਵਿੱਚ ਗਰੰਟੀ ਕੀਤੀ ਜਾਂਦੀ ਹੈ ਮਿਨੀਮਮ ਵੇਜਸ ਦੀ।
ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਡਿਫਰੈਂਟ ਐਫੀਸ਼ੀਐਂਟ ਵਰਕਰਸ ਹੁੰਦੇ ਉਹਨਾਂ ਨੂੰ ਇਨਸੈਂਟਿਵਸ ਜਿਹੜੇ ਹੋਣਗੇ ਪ੍ਰੋਵਾਈਡ ਕੀਤੇ ਜਾਣਗੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ 20% ਤੋਂ ਲੈ ਕੇ 50% ਤੱਕ ਜਿਹੜਾ ਬੋਨਸ ਜਿਹੜਾ ਦਿੱਤਾ ਜਾਂਦਾ, ਜਿਹਦੇ ਨਾਲ ਐਫੀਸ਼ੀਐਂਸੀ ਜਿਹੜੀ ਹੁੰਦੀ ਆਟੋਮੈਟਿਕਲੀ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਹੈ। ਡੀਮੈਰਿਟਸ ਦੇ ਵਿੱਚ ਕੀ ਹੁੰਦਾ ਕਿ ਵਰਕਰਸ ਜਿਹੜੇ ਹੋਣਗੇ ਜ਼ਿਆਦਾ ਬੋਦਰੇਸ਼ਨ ਨਹੀਂ ਲੈਂਦੇ ਕਿ ਉਹਨਾਂ ਦੀ ਐਫੀਸ਼ੀਐਂਸੀ ਇੰਪਰੂਵ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਉਹਨਾਂ ਨੂੰ ਲੱਗ ਰਿਹਾ ਕਿ ਸਾਨੂੰ ਬੋਨਸ ਤਾਂ ਮਿਲ ਹੀ ਜਾਣਾ, ਠੀਕ ਹੈ, ਸਾਨੂੰ ਗਰੰਟੀ ਜਿਹੜੀ ਮਿਲੇ ਜਾਏਗੀ ਵੇਜਸ ਦੀ, ਸਾਨੂੰ ਮਤਲਬ ਮਿਨੀਮਮ ਜਿਹੜੀ ਵੇਜਸ ਤਾਂ ਮਿਲਣੀਆਂ ਹੀ ਮਿਲਣੀਆਂ ਨੇ, ਚਾਹੇ ਅਸੀਂ ਵਰਕ ਕਰਦੇ ਹਾਂ ਚਾਹੇ ਨਹੀਂ ਕਰਦੇ, ਠੀਕ ਹੈ। ਸੋ ਇਹਦੇ ਨਾਲ ਬੋਦਰੇਸ਼ਨ ਜਿਹੜੀ ਹੁੰਦੀ ਹੈ ਹਮੇਸ਼ਾ ਘੱਟ ਜਾਂਦੀ ਹੈ ਵਰਕਰਸ ਦੀ। ਜੈਲਸ ਫੈਕਟਰ ਇੰਕਰੀਜ਼ ਕਰ ਜਾਏਗਾ। ਜੈਲਸ ਫੈਕਟਰ ਕਿਉਂ ਇੰਕਰੀਜ਼ ਕਰੇਗਾ? ਕਿਉਂਕਿ ਜਿਹੜੇ ਵਰਕਰਸ ਹੋਣਗੇ ਉਹ ਸੋਚਣਗੇ ਕਿ ਜਿਹੜਾ ਤਾਂ ਮਤਲਬ 8 ਆਵਰਸ ਤੋਂ ਘੱਟ 10 ਆਵਰਸ ਤੋਂ ਵਰਕਰ ਘੱਟ ਕੰਮ ਕਰ ਰਿਹਾ, ਮਤਲਬ ਉਹ ਆਰਸ ਘੱਟ ਲੈ ਰਿਹਾ, ਤਾਂ ਉਹਨਾਂ ਨੂੰ ਬੋਨਸ ਜਿਹੜਾ ਜ਼ਿਆਦਾ ਰੇਟ ਮਿਲ ਰਿਹਾ, ਠੀਕ ਹੈ, ਜਿਹਦੇ ਨਾਲ ਕੀ ਹੋ ਰਿਹਾ ਕਿ ਅਰਨਿੰਗਸ ਉਹਨਾਂ ਦੀ ਆਟੋਮੈਟਿਕਲੀ ਇੰਕਰੀਜ਼ ਕਰ ਰਹੀ। ਸੋ ਜੈਲਸ ਫੈਕਟਰ ਜਿਹੜਾ ਇੰਕਰੀਜ਼ ਕਰ ਰਿਹਾ, ਜੈਲਸ ਫੈਕਟਰ ਜਿਹੜਾ ਹੋਏਗਾ ਇਹਦੇ ਵਿੱਚ ਕੀ ਬਣ ਜਾਏਗਾ, ਡੀਮੈਰਿਟ ਬਣ ਜਾਏਗਾ। So these are the basically production based system. In the next video we will discuss the next methods. Thank you.